नवी जी, किस चीज़ को लेकर कलम छोड़ हड़ताल की जा रही है, की मांग की है सरकार तो इन्नी मतलब कि नाराज़गी क्यों है कर्मचारियों की? देखो जी, आम आदमी पार्टी की सरकार ने चोणां दौरान मुलाਜ਼ਮਾਂ ਨਾਲ वादा किया ਸੀਗਾ कि साडी सरकार आउण ते ਤੁਹਾਡੀਆਂ ਜਿੰਨੀਆਂ ਵੀ ਮੰਗਾਂ ਉਹ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣਗੀਆਂ। ਹੁਣ ਸਰਕਾਰ ਨੂੰ ਬਣੀ ਨੂੰ ਤਕਰੀਬਨ 4-5 ਮਹੀਨੇ ਦਾ ਸਮਾਂ ਹੋ ਗਿਆ ਹੈ ਤੇ ਸਰਕਾਰ ਬਣਨ ਤੋਂ ਬਾਅਦ ਸਰਕਾਰ ਇਸ ਬੇਸ ਤੇ ਸਰਕਾਰ ਨੇ ਵਾਅਦੇ ਕੀਤੇ ਸੀਗੇ ਕਿ ਜਿਹੜੀ ਆਉਂਦੀ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ। ਜਿਹੜਾ ਕਾਂਗਰਸ ਸਰਕਾਰ ਵੇਲੇ ਸਾਨੂੰ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਸੀਗਾ, ਜਿਸ 'ਚ ਬਿਲਕੁਲ ਵੀ ਫਾਇਦਾ ਨਹੀਂ ਹੋਇਆ ਸੀਗਾ ਮੁਲਾਜ਼ਮਾਂ ਨੂੰ, ਉਹ ਆਪਾਂ ਸੋਧ ਕੇ ਦੁਬਾਰਾ ਲਾਗੂ ਕਰਾਂਗੇ। ਡੀਏ ਦੀਆਂ ਕਿਸ਼ਤਾਂ ਸੀਗੀਆਂ ਉਹ ਕਾਫੀ ਟਾਈਮ ਤੋਂ ਬਕਾਇਆ ਪਈਆਂ ਹਨ, ਉਹ ਆਉਂਦੀ ਆਪਾਂ ਰਿਲੀਜ਼ ਕਰਾਂਗੇ ਤੇ ਜਿਹੜੇ ਸਾਡੇ ਪੇ ਕਮਿਸ਼ਨ ਦਾ ਬਕਾਇਆ ਉਹ ਦੇਵਾਂਗੇ। ਪਰ ਸਰਕਾਰ ਨੇ ਦੇਣਾ ਤਾਂ ਕੀ ਸੀਗਾ, ਆਉਂਦੀ ਹੁਣ ਸਾਡੀ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਹੈ ਪੰਜਾਬ ਦੀ ਤੇ ਵਾਸਵੀਰ ਸਿੰਘ ਭੁੱਲਰ ਸਾਡੇ ਸੂਬਾ ਪ੍ਰਧਾਨ ਨੇ ਤੇ ਮਨਦੀਪ ਸਿੰਘ ਸਿੱਧੂ ਜਨਰਲ ਸਕੱਤਰ ਨੇ ਤੇ ਮੈਂ ਜ਼ਿਲ੍ਹਾ ਪ੍ਰਧਾਨ PSMSU ਹਾਂ। ਤੇ ਹੁਣ ਸਰਕਾਰ ਨੇ ਮੰਗਾਂ ਤਾਂ ਸਾਡੀਆਂ ਕੀ ਸੁਣਨੀਆਂ ਸੀਗੀਆਂ, ਸਾਨੂੰ ਮੀਟਿੰਗ ਦਾ ਸਮਾਂ ਵੀ ਨਹੀਂ ਦਿੱਤਾ ਜਾ ਰਿਹਾ। ਮਾਰਚ ਮਹੀਨੇ ਦਾ ਅਸੀਂ ਮੰਗ ਪੱਤਰ ਦਿੱਤਾ ਹੋਇਆ ਪਰ ਸਰਕਾਰ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਸਾਡੀਆਂ ਮੰਗਾਂ ਵੱਲ ਤੇ ਜਿਸ ਕਰਕੇ ਸੂਬਾ ਕਮੇਟੀ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 4 ਜ਼ੋਨਲ ਰੈਲੀਆਂ ਵੀ ਕੀਤੀਆਂ। ਅੰਮ੍ਰਿਤਸਰ, ਲੁਧਿਆਣਾ, ਸੰਗਰੂਰ, ਬਠਿੰਡਾ 4 ਜ਼ੋਨਲ ਰੈਲੀਆਂ ਹੋ ਚੁੱਕੀਆਂ ਨੇ ਤੇ ਇਸ ਤੋਂ ਬਾਅਦ ਵੀ ਸਰਕਾਰ ਦੇ ਸਿਰ ਤੇ ਜੂੰ ਨਹੀਂ ਰਿੰਗੀ ਤੇ ਸਰਕਾਰ ਨੇ ਸਾਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ, ਜਿਸ ਦੇ ਰੋਸ ਵਜੋਂ ਸਾਡੀ ਸੂਬਾ ਕਮੇਟੀ ਵੱਲੋਂ 10 ਤਰੀਕ ਤੋਂ ਲੈ ਕੇ 15 ਤਰੀਕ ਤੱਕ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਅੱਜ ਅਸੀਂ ਪੰਚਾਇਤ ਵਿਭਾਗ ਵਿੱਚ ਇਕੱਠੇ ਹੋਏ ਹਾਂ ਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਦੀਵਾਲੀ ਤੋਂ ਪਹਿਲਾਂ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਜਾਂ ਡੀਏ ਦੀਆਂ ਕਿਸ਼ਤਾਂ ਨਾ ਰਿਲੀਜ਼ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਊਗਾ। ਜਿਹੜਾ ਲੱਗਦਾ ਜਿਹੜਾ ਤੁਸੀਂ ਮਤਲਬ ਇਸ ਤਰ੍ਹਾਂ ਦੀ ਸਟ੍ਰਾਈਕ ਕਰਕੇ ਜਿਹੜੀ ਕਲਮ ਛੋੜ ਦੀ ਸਟ੍ਰਾਈਕ ਕੀਤੀ ਹੋਈ ਹੈ, ਇਹਦੇ ਨਾਲ ਕੰਮ ਵੀ ਪ੍ਰਭਾਵਿਤ ਹੁੰਦਾ ਹੋਏਗਾ, ਜਿਹੜੇ ਲੋਕ ਆਉਂਦੇ ਉਹਨਾਂ ਦਾ ਕੰਮਕਾਜ ਹੋ ਰਿਹਾ ਨਹੀਂ ਹੋ ਰਿਹਾ, ਕਿੱਦਾਂ ਕਰਦੇ ਹੋ? ਦੇਖੋ ਜੀ, ਹੁਣ ਕੰਮ ਹੜਤਾਲ ਤੱਕ ਕੀ ਮਤਲਬ ਕੀ ਹੈ, 2 ਘੰਟੇ ਦੀ ਹੈ, 3 ਘੰਟੇ ਦੀ ਹੈ, ਕਿੱਦਾਂ ਨਹੀਂ ਲੋਕ ਕੰਮ ਮਤਲਬ ਕਿ ਨਹੀਂ ਆਉਣਾ ਚਾਹੀਦਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕੰਮਕਾਜ ਲਈ ਸਰਕਾਰੀ ਦਫ਼ਤਰਾਂ 'ਚ ਆਉਂਦੇ ਆ? ਦੇਖੋ ਜੀ, ਹੁਣ ਲੋਕਾਂ ਨੇ ਵੀ ਬਦਲਾਅ ਚਾਹਿਆ ਸੀਗਾ ਵੀ ਬਦਲਾਅ ਆਊਗਾ, ਨਵੀਂ ਸਰਕਾਰ ਆਈ ਹੈ ਪਰ ਕੰਮ ਕਿਸੇ ਵੀ ਵਰਗ ਦਾ ਨਹੀਂ ਹੋ ਰਿਹਾ। ਜਿੰਨੇ ਵੀ ਸਰਕਾਰ ਨੇ ਲਾਰੇ ਲਾਏ ਸੀਗੇ ਆਪਾਂ ਆਹ ਪੈਨਸ਼ਨ ਦੇਵਾਂਗੇ, ਜਿਹੜੀਆਂ ਲੇਡੀਜ਼ ਆ ਉਹਨਾਂ ਨੂੰ 1000 ਰੁਪਏ ਮਹੀਨਾ ਦੇਵਾਂਗੇ, ਉਹ ਵੀ ਨਹੀਂ ਹੋਇਆ। ਲੋਕਾਂ ਨੂੰ ਵੀ ਪਤਾ ਹੀ ਹੈ ਵੀ ਸਰਕਾਰ ਕੋਈ ਕੰਮ ਨਹੀਂ ਕਰ ਰਹੀ, ਇਸ ਕਰਕੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਵੀ ਜਿਹੜੀ ਸਾਡੀ ਹੜਤਾਲ ਚੱਲ ਰਹੀ ਹੈ ਇਸ ਦਾ ਸਾਨੂੰ ਸਮਰਥਨ ਦੇਣਾ ਚਾਹੀਦਾ ਹੈ ਕਿਉਂਕਿ ਸਰਕਾਰ ਆਪਣੇ ਲਾਰਿਆਂ ਤੋਂ ਹੁਣ ਲਾਰੇ ਲਾ ਕੇ ਮੁੱਕਰ ਗਈ ਹੈ। ਸਰਕਾਰ ਨੇ ਚੋਣਾਂ ਦੌਰਾਨ ਪੰਜਾਬ 'ਚ ਵੀ ਵਾਅਦੇ ਕੀਤੇ ਸੀਗੇ, ਹੁਣ ਉਹੀ ਵਾਅਦੇ ਸਰਕਾਰ ਗੁਜਰਾਤ ਦੀਆਂ ਇਲੈਕਸ਼ਨਾਂ ਤੇ ਹਿਮਾਚਲ ਦੀਆਂ ਇਲੈਕਸ਼ਨਾਂ 'ਚ ਕਰ ਰਿਹਾ ਹੈ। ਉੱਥੇ ਵੀ ਸਰਕਾਰ ਇਹੀ ਢਿੰਡੋਰਾ ਪਿੱਟ ਰਹੀ ਹੈ ਕਿ ਵੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਗੁਜਰਾਤ ਦੇ ਵਿੱਚ ਜੇ ਸਾਡੀ ਸਰਕਾਰ ਬਣਦੀ ਹੈ। ਇੱਥੇ ਵੀ ਪੰਜਾਬ 'ਚ ਵੀ ਉਹੀ ਵਾਅਦਾ ਕੀਤਾ ਸੀਗਾ, ਜਿਹੜੇ ਵਾਅਦੇ ਤੋਂ ਸਰਕਾਰ ਹੁਣ ਮੁੱਕਰ ਰਹੀ ਹੈ। ਪੁਰਾਣੀ ਪੈਨਸ਼ਨ ਦੀ ਬਹਾਲੀ ਸੰਬੰਧੀ ਇੱਕ ਵੀ ਇਹਨਾਂ ਨੇ ਕੋਈ ਕਮੇਟੀ ਨਹੀਂ ਬਿਠਾਈ, ਕੋਈ ਕੁਛ ਨਹੀਂ ਕੀਤਾ ਤੇ ਉਹੀ ਵਾਅਦੇ ਹੁਣ ਉੱਥੇ ਕਰ ਰਹੀ ਹੈ ਗੁਜਰਾਤ ਔਰ ਹਿਮਾਚਲ ਦੇ ਵਿੱਚ। ਮੈਨੂੰ ਤਾਂ ਲੱਗਦਾ ਵੀ ਲਾਰਿਆਂ ਵਾਲੀ ਸਰਕਾਰ ਹੈ, ਹੋਰ ਕੁਛ ਨਹੀਂ ਹੈਗਾ ਇਹਨਾਂ ਦੇ ਤੇ ਬਿਲਕੁਲ ਫੇਲਡ ਸਰਕਾਰ ਹੈ। ਮੁਲਾਜ਼ਮ ਜਦੋਂ ਕਿ ਹਰ ਵੇਲੇ ਸਰਕਾਰ ਦੇ ਹਰ ਕੰਮ ਦੇ ਵਿੱਚ ਨਾਲ ਖੜੇ ਆ, ਕਰੋਨਾ ਕਾਲ ਦੌਰਾਨ ਵੀ ਮੁਲਾਜ਼ਮਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸਰਕਾਰ ਨਾਲ, ਇਲੈਕਸ਼ਨਾਂ ਦੇ ਸਮੇਂ 'ਚ ਵੀ ਸਰਕਾਰ ਦੇ ਨਾਲ ਅਸੀਂ ਖੜੇ ਹਾਂ ਪਰ ਫਿਰ ਵੀ ਸਾਡਾ ਹੀ ਸਰਕਾਰ ਸੋਚ ਨਹੀਂ ਰਹੀ, ਜਿਸ ਕਰਕੇ ਸਾਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ। ਤੁਸੀਂ ਗੱਲ ਦੱਸੋ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਕੋਈ ਬੰਦਾ ਕੱਲ੍ਹ ਨੂੰ ਕੰਮਕਾਜ ਲਈ ਆਉਂਦਾ, ਜਿਹੜਾ 10 ਤੋਂ ਲੈ ਕੇ 15 ਤਰੀਕ ਤੱਕ ਦੀ ਸਟ੍ਰਾਈਕ ਦੀ ਗੱਲ ਦੱਸੋ, ਇਹਦੇ 'ਚ ਲੋਕਾਂ ਨੂੰ ਆਉਣਾ ਚਾਹੀਦਾ ਸਰਕਾਰੀ ਦਫ਼ਤਰਾਂ 'ਚ ਨਹੀਂ ਆਉਣਾ ਚਾਹੀਦਾ? ਤੁਸੀਂ ਇਹ ਪਬਲਿਕ ਨੂੰ ਤਾਂ ਅਸੀਂ ਇਹ ਅਪੀਲ ਕਰਾਂਗੇ ਕਿ ਸਾਡੇ ਨਿਊਜ਼ਪੇਪਰ 'ਚ ਵੀ ਅਸੀਂ ਸਾਰੇ ਮੀਡੀਆ ਚੈਨਲ ਰਾਹੀਂ ਵੀ ਅਸੀਂ ਹੜਤਾਲ ਦੀ ਘੋਸ਼ਣਾ ਕਰ ਚੁੱਕੀ ਆ। ਪਬਲਿਕ ਨੂੰ ਇਹੀ ਅਪੀਲ ਕਰਾਂਗੇ ਕਿ ਸਾਡਾ ਸਹਿਯੋਗ ਦੇਣ ਵੀ ਜਿਹੜੇ ਚਲੋ ਇਹ ਹੜਤਾਲ ਸਰਕਾਰ ਸਾਡੀਆਂ ਮੰਗਾਂ ਮੰਨ ਲੇ ਛੇਤੀ ਤੋਂ ਛੇਤੀ ਖਤਮ ਹੋ ਜੇ, ਪਰ ਇਹ ਆ ਵੀ ਦਫ਼ਤਰਾਂ ਜਾ ਕੇ ਖੱਜਲ ਖੁਆਰ ਹੋਣ ਦੀ ਬਜਾਏ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਵੀ ਦਫ਼ਤਰਾਂ 'ਚ ਨਾ ਆਉਣ। ਜਿਸ ਤਰ੍ਹਾਂ ਤੁਸੀਂ ਸਰਕਾਰ ਦੇ ਖਿਲਾਫ ਮੌਜੂਦਾ ਸਰਕਾਰ ਦੇ ਖਿਲਾਫ ਇਸ ਤਰ੍ਹਾਂ ਦੀ ਸਟੇਟਮੈਂਟ ਦੇ ਰਹੇ ਹੋ ਕਿ ਵੀ ਸਰਕਾਰ ਨੂੰ ਹਿਮਾਚਲ ਜਾਂ ਗੁਜਰਾਤ 'ਚ ਇਸ ਤਰ੍ਹਾਂ ਦੇ ਨਤੀਜੇ ਜਿਹੜੇ ਗਲਤ ਤਰੀਕੇ ਨਾਲ ਉੱਥੇ ਬਿਆਨਬਾਜ਼ੀ ਕਰ ਰਹੀ ਹੈ, ਪੰਜਾਬ 'ਚ ਬਹੁਤ ਸਾਰੇ ਵਾਅਦੇ ਪੂਰੇ ਨਹੀਂ ਕੀਤੇ, ਇਹਦੇ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ ਜਾਂ ਕੋਈ ਪ੍ਰੈਸ਼ਰ ਜਾਂ ਜਿਹੜੇ ਇੱਥੇ ਅਧਿਕਾਰੀ ਬੈਠੇ ਨੇ, ਚਾਹੇ ਉਹ ਵਿਕਾਸ ਭਵਨ 'ਚ ਆਪਾਂ ਖੜੇ ਆ, ਇੱਥੇ ਦੀ ਗੱਲ ਕਰੀਏ, ਇੱਥੇ ਵੱਡੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਤਾਂ ਸਟ੍ਰਾਈਕ ਨਹੀਂ ਹੈ, ਉਹ ਤੁਹਾਡੇ 'ਤੇ ਪ੍ਰੈਸ਼ਰ ਤਾਂ ਨਹੀਂ ਪਾ ਸਕਦੇ? ਦੇਖੋ ਜੀ, ਹੁਣ ਜਦੋਂ ਸਰਕਾਰ ਹੀ ਸਾਡੇ ਪ੍ਰਤੀ ਸੋਚ ਨਹੀਂ ਰਹੀ, ਅਸੀਂ ਸਰਕਾਰ ਦਾ ਹੁਣ ਕਿੰਨਾ ਕੁ ਸਾਥ ਦਈਏ?
ਹੁਣ ਸਰਕਾਰ ਨੇ ਸੁਣਨਾ ਤਾਂ ਕੀ ਹੈ, ਉਲਟਾ ਜਿਹੜੇ ਐਜੀਟੇਸ਼ਨ ਕਰਦੇ ਆ ਉਹਨਾਂ ਤੇ ਜ਼ੁਲਮ ਕੀਤਾ ਜਾਂਦਾ ਹੈ। ਪਿੱਛੇ ਜੇ ਹੁਣ ਅਧਿਆਪਕਾਂ ਨੂੰ ਕੁੱਟਿਆ ਗਿਆ, HRM ਵਰਕਰ ਸੀਗੇ ਜਿਹੜੇ ਉਹਨਾਂ ਨੂੰ ਕੁੱਟਿਆ ਗਿਆ। ਸਰਕਾਰ ਨੇ ਵਾਅਦੇ ਤਾਂ ਕੀ ਪੂਰੇ ਕਰਨੇ ਸੀਗੇ? ਸਰਕਾਰ ਭਗਵੰਤ ਮਾਨ ਸਰਕਾਰ ਨੇ ਕਿਹਾ ਸੀਗਾ ਵੀ ਸਾਡੀ ਸਰਕਾਰ ਆਉਣ ਤੇ ਕਿਸੇ ਨੂੰ ਟੈਂਕੀ ਤੇ ਨਹੀਂ ਕੋਈ ਚੜੂਗਾ, ਕੋਈ ਐਜੀਟੇਸ਼ਨ ਨਹੀਂ ਹੋਊਗਾ। ਬਲਕਿ ਐਜੀਟੇਸ਼ਨ ਤਾਂ ਹੁਣ ਵੱਧ ਹੋ ਰਹੇ ਨੇ, ਟੈਂਕੀ ਤੇ ਵੀ ਜਿਹੜੇ ਲੋਕ, ਬਲਕਿ ਉਹਨਾਂ ਦੀ ਮੰਗਾਂ ਸੁਣਨ ਦੀ ਬਜਾਏ ਉਹਨਾਂ ਨੂੰ ਕੁੱਟਿਆ ਜਾ ਰਿਹਾ ਸਰਕਾਰ ਵੱਲੋਂ। ਇਹੀ ਬਦਲਾਅ ਹੈ ਕਿ ਬਿਲਕੁਲ ਤੁਸੀਂ ਦੀਵਾਲੀ ਤੱਕ ਦੀ ਗੱਲ ਕਰ ਰਹੇ ਹੋ ਕਿ ਦੀਵਾਲੀ ਤੱਕ ਤੁਹਾਡੀ ਡਿਮਾਂਡ ਜਿਹੜੀਆਂ ਨਹੀਂ ਪੂਰੀਆਂ ਹੁੰਦੀਆਂ ਤਾਂ ਤੁਸੀਂ ਦੀਵਾਲੀ ਤੋਂ ਬਾਅਦ ਜਿਹੜਾ ਆਪਣਾ ਸੰਘਰਸ਼ ਹੋਰ ਤੇਜ਼ ਕਰੋਗੇ, ਉਹ ਕਿਸ ਤਰ੍ਹਾਂ ਦਾ ਰਸਤਾ ਅਖਤਿਆਰ ਕਰ ਸਕਦੇ ਹੋ? ਦੇਖੋ ਜੀ, ਅਸੀਂ ਭਰਾਤਰੀ ਜਥੇਬੰਦੀਆਂ ਨਾਲ ਵੀ ਸੰਪਰਕ ਕਰ ਰਹੇ ਹਾਂ, ਸਕੱਤਰੇਤ ਦੀ ਐਸੋਸੀਏਸ਼ਨ ਨਾਲ ਵੀ ਅਸੀਂ ਵਾਰਤਾਲਾਪ ਕੀਤੀ ਹੈ ਤੇ ਉਹ ਜਲਦੀ ਉਹ ਵੀ ਹੜਤਾਲ ਦੇ ਵਿੱਚ ਸ਼ਾਮਲ ਹੋਣਗੇ ਤੇ ਬਾਕੀ ਵੀ ਵੱਖ-ਵੱਖ ਜਥੇਬੰਦੀਆਂ ਸਾਡੇ ਨਾਲ ਸਮਰਥਨ ਦੇਣ ਲਈ ਤਿਆਰ ਹੈ। ਤੇ ਅਲਟੀਮੇਟਲੀ ਅਸੀਂ ਦੀਵਾਲੀ ਤੱਕ ਜੇ ਸਾਡੀਆਂ ਨਾ ਮੰਗਾਂ ਮੰਨੀਆਂ ਗਈਆਂ ਤਾਂ ਪੂਰਾ ਪੰਜਾਬ ਮੁਕੰਮਲ ਤੌਰ ਤੇ ਬੰਦ ਕਰ ਦਾਂਗੇ, ਸਰਕਾਰੀ ਕੰਮਕਾਜ ਬਿਲਕੁਲ ਠੱਪ ਕਰ ਦਿੱਤਾ ਜਾਊਗਾ। ਤੇ ਕਿਹੜੇ ਡਿਪਾਰਟਮੈਂਟ 'ਚ ਆਪਾਂ ਕੰਮ ਕਰਦੇ ਪਹਿਲਾਂ ਉਹਦੇ ਬਾਰੇ? ਮੇਰਾ ਨਾਮ ਗੌਰਵ ਧੀਮਾਨ ਹੈ ਜੀ, ਮੈਂ ਰੂਰਲ ਡਿਵੈਲਪਮੈਂਟ ਪੰਚਾਇਤ ਡਿਪਾਰਟਮੈਂਟ 'ਚ ਕੰਮ ਕਰਦਾ ਜੀ ਐਜ਼ ਏ ਕਲਰਕ। ਕੀ ਕਹਿਣਾ ਚਾਹੋਗੇ ਕਲਮ ਛੋੜ ਹੜਤਾਲ ਜਿਹੜੀ ਚੱਲ ਰਹੀ ਹੈ? ਸਰ, ਕਲਮ ਛੋੜ ਹੜਤਾਲ ਜਿਵੇਂ ਮੇਰੇ ਵੱਡੇ ਵੀਰ ਜੀ ਨੇ ਕਿਹਾ ਕਿ 10 ਤਰੀਕ ਤੋਂ ਲੈ ਕੇ 10 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਅਸੀਂ ਕਲਮ ਛੋੜ ਹੜਤਾਲ ਦਾ ਸਾਥ ਦੇ ਰਹੇ ਹਾਂ। ਇਹਦੇ ਵਿੱਚ ਕਹਿਣਾ ਹੀ ਚਾਹੂੰਗਾ ਕਿ ਸਰਕਾਰ ਨੇ ਆਉਣ ਤੋਂ ਪਹਿਲਾਂ ਬਹੁਤ ਵੱਡੇ ਚੁਣਾਵੀ ਵਾਅਦੇ ਕੀਤੇ ਸੀਗੇ, ਜਿਵੇਂ ਕਰਮਚਾਰੀਆਂ ਨੂੰ ਵਾਅਦੇ ਕੀਤੇ ਗਏ ਕਿ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ, ਪ੍ਰੋਬੇਸ਼ਨ ਪੀਰੀਅਡ 'ਚ ਅਸੀਂ ਪੂਰਾ ਉਹਨਾਂ ਨੂੰ ਬੇਸਿਕ ਪੇ ਬੰਦ ਕਰਕੇ ਪੂਰੇ ਉਹਨਾਂ ਨੂੰ ਤਨਖਾਹ ਦੇਵਾਂਗੇ, ਉਹਨਾਂ ਨੂੰ ਜਿਹੜੇ ਬਣਦਾ ਪੈਂਡਿੰਗ ਜਿਹੜਾ DA ਹੈ ਉਹਨਾਂ ਨੂੰ ਉਹ ਰਿਲੀਜ਼ ਕਰਾਂਗੇ। ਹੋਰ ਕਈ ਵਾਅਦੇ ਕੀਤੇ ਗਏ, ਕੱਚੇ ਸਾਮੀਆਂ ਨੂੰ ਪੱਕੇ ਕਰਨ ਸੰਬੰਧੀ, ਪੁਰਾਣੀ ਪੈਨਸ਼ਨ OPS ਲਾਗੂ ਕਰਨ ਸੰਬੰਧੀ ਕਈ ਵਾਅਦੇ ਕੀਤੇ। ਇਹਨਾਂ ਨੇ ਆਪਣੇ ਚੋਣ ਮੈਨੀਫੈਸਟੋ, ਇਲੈਕਸ਼ਨ ਮੈਨੀਫੈਸਟੋ 'ਚ ਵੀ ਕਿਹਾ ਕਿ ਅਸੀਂ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਂਗੇ, ਜੋ ਕਿ ਹਲੇ ਤੱਕ 6 ਮਹੀਨੇ ਦਾ ਵੱਧ ਤੋਂ ਸਮਾਂ ਹੋ ਜਾਣ ਤੋਂ ਬਾਅਦ ਵੀ ਇਹਨਾਂ ਨੇ ਕੁਝ ਨਹੀਂ ਕੀਤਾ, ਬਲਕਿ ਵਿਧਾਨ ਸਭਾ 'ਚ ਵੀ ਇਹ ਆਪਣੇ ਲਾਰੇ ਲੱਪੇ ਲਾ ਕੇ ਹੀ ਕੁਝ ਇਹਨਾਂ ਨੇ ਕਰਤਾ, ਸਮਾਪਤ ਕਰਤੀ। OPS ਬਾਰੇ ਕੁਝ ਵੀ ਨਹੀਂ ਕਿਹਾ ਗਿਆ। ਸੋ ਇਸ ਰੋਸ ਦੇ ਪ੍ਰਤੀਕਰਮ ਵਜੋਂ ਹੀ ਅੱਜ ਅਸੀਂ ਆਪਣੇ ਸੰਘਰਸ਼ ਕਰਨ ਨੂੰ ਮਜਬੂਰ ਹੋਏ ਹਾਂ, ਨਹੀਂ ਤਾਂ ਕਿਸੇ ਕਰਮਚਾਰੀ ਦਾ ਜੀ ਨਹੀਂ ਕਰਦਾ ਕਿ ਉਹ ਆਪਣਾ ਕੰਮ ਛੱਡ ਕੇ ਅੱਗੇ ਇਹਨਾਂ ਸੰਘਰਸ਼ਾਂ ਦਾ ਸਾਥ ਦੇਵੇ। ਜੇ ਸਰਕਾਰ ਦੀ ਇਹੀ ਲਗਾਤਾਰ ਨੀਤੀ ਰਹਿੰਦੀ ਹੈ ਕਿ ਇਹ ਅਸੀਂ ਨਹੀਂ ਮੰਨਣਾ ਕੁਝ, ਜਾਂ DA ਰਿਲੀਜ਼ ਨਹੀਂ ਕਰਨਾ, ਪੈਨਸ਼ਨ ਬਹਾਲੀ ਨਹੀਂ ਕਰਨੀ, ਕੱਚੇ ਕਾਮੇ ਪੱਕੇ ਨਹੀਂ ਕਰਨੇ, ਪ੍ਰਵੇਸ਼ਨ ਨਹੀਂ ਖਤਮ ਕਰਨਾ, ਤਾਂ ਅੱਗੇ ਵੀ ਇਸ ਤੋਂ ਤਗੜਾ ਸੰਘਰਸ਼ ਹੋਣ ਦੀ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਹੈ। ਤੇ ਲੋਕ ਜਿਹੜੇ ਨੇ ਕੰਮਕਾਜ ਲਈ ਉਹ ਕਈ ਵਾਰ ਆਉਂਦੇ ਹੋਣੇ, ਦਫ਼ਤਰ ਵੀ ਆਉਂਦੇ ਹੋਣੇ, ਤੁਹਾਡੇ ਨਾਲ ਵੀ ਟਾਕਰਾ ਹੁੰਦਾ ਹੋਣਾ, ਹਾਂਜੀ। ਕਿਸ ਤਰ੍ਹਾਂ ਤੁਸੀਂ ਫੇਸ ਕਰਦੇ ਹੋ ਉਹਨਾਂ ਨੂੰ? ਦੇਖੋ, ਕਿਉਂਕਿ ਅਗਲੇ ਨੂੰ ਤਾਂ ਆਪਣਾ ਕੰਮ ਚਾਹੀਦਾ। ਇਹ ਕੰਮ ਤਾਂ ਚਾਹੀਦਾ, ਪਰ ਮੁਲਾਜ਼ਮ ਇਹ ਦੇਖੋ ਕਰਦੇ ਲੋਕ ਕੋਆਪਰੇਟ ਤਾਂ ਦੇਖੋ ਨਹੀਂ ਕਰਨਗੇ। ਇਸ ਤਰ੍ਹਾਂ ਕੋਈ ਕੋਆਪਰੇਟ ਨਹੀਂ ਕਰੇਗਾ, ਕੋਈ ਇੰਨੀ ਦੂਰੋਂ, ਹਰੇਕ ਬੰਦਾ ਦੂਰੋਂ ਆਉਂਦਾ ਜੀ, ਉਸ ਨੂੰ ਤਾਂ ਆਪਣਾ ਕੰਮ ਚਾਹੀਦਾ ਪ੍ਰੋਪਰ ਵੇ ਨਾਲ। ਪਰ ਅਸੀਂ ਵੀ ਹੁਣ ਕੀ ਕਰੀਏ ਸਰ, ਅਸੀਂ ਵੀ ਨਹੀਂ ਨਾ ਕੁਝ ਕਰ ਸਕਦੇ। ਹੁਣ ਜਦੋਂ ਸਰਕਾਰ ਹੀ ਸਾਡੀ ਮੰਗਾਂ ਨਹੀਂ ਮੰਨ ਰਹੀ ਤਾਂ ਸਾਨੂੰ ਵੀ ਕੁਝ ਨਾ ਕੁਝ ਤਾਂ ਕਰਨਾ ਪਏਗਾ ਨਾ। ਲੱਗਦਾ ਤੁਹਾਨੂੰ ਕਿ ਦੀਵਾਲੀ ਤੱਕ ਤੁਹਾਡੀ ਸਰਕਾਰ ਸੁਣ ਲੇਗੀ, ਕਿਉਂਕਿ ਇਲੈਕਸ਼ਨ ਗੁਜਰਾਤ, ਹਿਮਾਚਲ 'ਚ ਇਲੈਕਸ਼ਨ ਹੈ। ਹਾਂਜੀ ਹਾਂ, ਉੱਧਰ ਸਾਰੇ ਮੰਤਰੀ ਸਰਕਾਰ ਨੇ ਆਪਣਾ ਸਾਰਾ ਫੋਕਸ ਉੱਥੇ ਲਗਾਇਆ ਹੋਇਆ ਜੀ, ਜਿੱਥੇ ਚੋਣ ਜਿੱਤ ਚੁੱਕੀ ਆ ਉੱਥੇ ਦਾ ਕੁਝ ਸਾਰ ਹੀ ਨਹੀਂ ਲੈ ਰਹੀ। ਪੰਜਾਬ ਵੱਲ ਤਾਂ ਉਹਨਾਂ ਦਾ ਧਿਆਨ ਹੀ ਨਹੀਂ ਜਾ ਰਿਹਾ, ਜੋ ਵੀ ਹੋ ਰਿਹਾ ਉਹ ਆਪਣਾ ਉੱਧਰ ਜਾ ਰਹੇ ਨੇ, ਜੋ ਵੀ ਉਹਨਾਂ ਦੇ ਵਲੰਟੀਅਰਸ ਨੇ। ਇਹਦਾ ਨੈਗੇਟਿਵ ਨਹੀਂ ਜਾਏਗਾ ਜਿਹੜੇ ਸਟ੍ਰਾਈਕ ਕਰ ਰਹੇ? ਹਾਂ, ਸਟ੍ਰਾਈਕ ਦਾ ਨੈਗੇਟਿਵ ਅਪਰੋਚ ਤਾਂ ਜਾਏਗੀ ਸਰ, ਉਹ ਤਾਂ ਬਿਲਕੁਲ ਜਾਏਗੀ, ਕਿਉਂਕਿ ਮੁਲਾਜ਼ਮ ਦਾ ਪੂਰਾ ਪੈਨ ਡਾਊਨ ਹੈਗੀ ਹੈ, ਕੋਈ ਕੰਮ ਨਹੀਂ ਹੋ ਰਿਹਾ, ਕੋਈ ਦਫ਼ਤਰਾਂ 'ਚ ਪਬਲਿਕ ਡੀਲਿੰਗ ਨਹੀਂ ਹੋ ਰਹੀ, ਇਹਦਾ ਬਿਲਕੁਲ ਨੈਗੇਟਿਵ ਇੰਪੈਕਟ ਜਾਏਗਾ ਹੀ ਜਾਏਗਾ। ਜਿਵੇਂ ਕਿ ਅੱਜ ਗਿਆ ਤੁਹਾਡਾ ਦੂਜਾ ਦਿਨ ਹੈ ਕਲਮ ਛੋੜ ਹੜਤਾਲ ਦਾ, ਹਾਂਜੀ। ਕਿਸੇ ਮੰਤਰੀ ਜਾਂ ਕਿਸੇ ਡਿਪਾਰਟਮੈਂਟ ਦੇ ਕਿਸੇ ਅਧਿਕਾਰੀ ਨੇ ਤੁਹਾਡੇ ਨਾਲ ਗੱਲਬਾਤ ਕੀਤਾ ਹੋਇਆ ਨੁਮਾਇੰਦਿਆਂ ਨਾਲ ਕਿ ਇਹਨੂੰ ਮਤਲਬ ਸਟ੍ਰਾਈਕ ਨੂੰ ਖਤਮ ਕਰੋ, ਆਪਾਂ ਬੈਠ ਕੇ ਗੱਲ ਕਰਦੇ? ਨਹੀਂ, ਇਸ ਤਰ੍ਹਾਂ ਦਾ ਤਾਂ ਕੋਈ ਉਪਰਾਲਾ ਨਹੀਂ, ਇਸ ਤਰ੍ਹਾਂ ਨਾ ਹੀ ਕੋਈ ਘੋਸ਼ਣਾ ਹੋਈ ਹੈ, ਨਾ ਹੀ ਕੋਈ ਉਪਰਾਲਾ ਕੀਤਾ ਗਿਆ। ਕੋਈ ਨੁਮਾਇੰਦੇ ਨੇ ਪਹਿਲ ਕੀਤੀ? ਨਹੀਂ। ਗੱਲ ਜੀ, ਮੇਰਾ ਨਾਮ ਜਗਦੀਸ਼ ਹੈ, ਮੈਂ ਸਟੈਨੋ ਹੈ ਜੀ ਪੰਚਾਇਤ ਡਿਪਾਰਟਮੈਂਟ 'ਚ। ਤੇ ਸਾਡੀ ਜਿਹੜੀ PMSC ਯੂਨੀਅਨ ਹੈ ਜੀ, ਉਹਨੇ ਪੂਰੇ ਪੰਜਾਬ ਵਿੱਚ ਸਟ੍ਰਾਈਕ ਦੀ ਕਾਲ ਦਿੱਤੀ ਹੈ 10 ਤੋਂ 15 ਤਰੀਕ ਦਾ। ਇਹਦਾ ਕਾਰਨ ਹੈ ਜੀ, ਅਸੀਂ ਸਰਕਾਰ ਅਸੀਂ ਖੁਦ ਮੁਲਾਜ਼ਮ ਲਿਆਏ ਸੀਗੇ, ਅਸੀਂ ਵੋਟਾਂ ਦੇ ਵਿੱਚ ਸਾਡੀਆਂ ਡਿਊਟੀਆਂ ਲੱਗੀਆਂ, ਅਸੀਂ ਡਿਊਟੀਆਂ ਨਾਲ ਵੀ ਸਰਕਾਰ ਨੂੰ ਲਿਆਉਣ 'ਚ ਜਿਹੜੀ ਸਾਡੀ ਇੱਕ ਅਹਿਮ ਰੋਲ ਹੁੰਦਾ ਹੈ ਮੁਲਾਜ਼ਮ ਦਾ। ਇਸ ਤੋਂ ਇਲਾਵਾ ਸਾਡੀ ਜਿਹੜੀ ਹੈਗੀ ਮੁਲਾਜ਼ਮਾਂ ਦੀ ਵੋਟ ਵੀ ਅਸੀਂ ਇਸ ਪਾਰਟੀ ਨੂੰ ਪਾਈ। ਸਾਨੂੰ ਇਸ ਸਰਕਾਰ ਤੋਂ ਬਹੁਤ ਉਮੀਦਾਂ ਸੀਗੀਆਂ ਕਿ ਇਹ ਸਾਡੀ ਜਿਹੜੀ ਚੀਜ਼ਾਂ ਪੈਂਡਿੰਗ ਹਨ, ਜੋ ਸਾਡੀਆਂ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਉਹਨਾਂ ਨੂੰ ਦੂਰ ਕਰੂਗੀ। ਪਰ ਪਿਛਲੇ 6 ਮਹੀਨੇ ਤੋਂ ਅਸੀਂ ਸਰਕਾਰ ਦੇ ਨਾਲ ਸੰਪਰਕ ਸਾਧਦੇ ਰਹੇ ਹਾਂ, ਲੇਕਿਨ ਸਾਡੇ ਜਿਹੜਾ ਹੈਗੀ ਕਿਸੇ ਵੀ ਤਰ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਅਸੀਂ ਵਿੱਤ ਮੰਤਰੀ ਸਾਹਿਬ ਨੂੰ ਵੀ ਕਾਫੀ ਵਾਰ ਮਿਲ ਚੁੱਕੇ ਹਾਂ ਜੀ, CM ਸਾਹਿਬ ਤੱਕ ਵੀ ਸਾਡੇ ਸੁਨੇਹੇ ਗਏ ਆ, ਲੇਕਿਨ ਸਾਨੂੰ ਕੋਈ ਵੀ ਹੈਗਾ ਰਿਸਪੌਂਸ ਨਹੀਂ ਮਿਲਿਆ। ਸਾਡੇ ਜਿਹੜੇ ਹੈਗੇ ਸੈਂਟਰ ਗਵਰਨਮੈਂਟ ਆਪਣੇ ਮੁਲਾਜ਼ਮਾਂ ਨੂੰ DA ਦੇ ਰਹੀ ਹੈ, ਇਹ ਗਵਰਨਮੈਂਟ ਨੇ ਚੁੱਪੀ ਧਾਰੀ ਹੋਈ ਹੈ ਜੀ, ਹਾਲੇ ਤੱਕ ਕੋਈ ਵੀ ਇਹਨਾਂ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ। ਇਸ ਤੋਂ ਇਲਾਵਾ ਅਦਰ ਸਟੇਟ ਦੇ ਵਿੱਚ ਪੁਰਾਣੀ ਪੈਨਸ਼ਨ ਕਾਂਗਰਸ ਸਰਕਾਰ ਨੇ ਬਹਾਲ ਕਰ ਦਿੱਤੀ ਹੈ 3 ਸਟੇਟਾਂ 'ਚ। ਇਹ ਗਵਰਨਮੈਂਟ ਜਦੋਂ ਤੋਂ
ਹਜੇ ਦਿੱਲੀ ਵਿੱਚ ਸੀਗੀ, ਉਸ ਸਮੇਂ ਇਹ ਕਹਿੰਦੀ ਸੀ ਕਿ ਅਸੀਂ ਪੂਰੇ ਇੰਡੀਆ 'ਚ ਜਿਵੇਂ ਜਿਵੇਂ ਸਾਡੀ ਸਰਕਾਰ ਬਣੂਗੀ ਅਸੀਂ ਮੁਲਾਜ਼ਮਾਂ ਨੂੰ, ਨਵੇਂ ਮੁਲਾਜ਼ਮਾਂ ਨੂੰ 2004 ਤੋਂ ਬਾਅਦ ਨੂੰ ਪੈਨਸ਼ਨ ਲਾਗੂ ਕਰਾਂਗੇ। ਇਹਨਾਂ ਦੀ ਸਰਕਾਰ ਪੰਜਾਬ ਵਿੱਚ ਬਣ ਚੁੱਕੀ ਹੈ। ਇੱਥੇ ਦੇ ਸੀਐਮ ਸਾਹਿਬ, ਫਾਈਨੈਂਸ ਮਿਨਿਸਟਰ ਸਾਹਿਬ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਹੈ। ਉਹਨਾਂ ਨੇ ਇੱਕ ਹਲਕਾ ਜਿਹਾ ਇੱਕ ਟਵੀਟ ਕਰ ਦਿੱਤਾ ਹੈ ਕਿ ਜਿਹੜੀ ਹੈਗੀ ਆਪਣੇ ਉਹਨੂੰ ਸੀਐਸ ਚੀਫ ਸੈਕਟਰੀ ਨੂੰ ਕਿ ਜਿਹੜੀ ਹੈਗੀ ਇਹਦੇ ਬਾਰੇ ਕਾਰਵਾਈ ਕੀਤੀ ਜਾਵੇ। ਸਿਰਫ ਇੱਕ ਟਵੀਟ ਕਰਨ ਨਾਲ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਊਗੀ। ਇਹ ਸਿਰਫ ਇੱਕ ਹਵਾ ਬਣਾ ਰਹੇ ਪੂਰੇ ਭਾਰਤ ਵਿੱਚ ਕਿ ਅਸੀਂ ਪੰਜਾਬ ਮਾਡਲ ਦਿਖਾ ਰਹੇ ਹਾਂ ਕਿ ਪੰਜਾਬ ਵਿੱਚ ਅਸੀਂ ਬਹੁਤ ਕੰਮ ਕਰ ਰਹੇ ਹਾਂ। ਸਿਰਫ ਇੱਕ ਸੋਸ਼ਲ ਮੀਡੀਆ ਤੇ ਸਾਰੇ ਪਾਸੇ ਹਵਾ ਫੈਲੀ ਹੋਈ ਹੈ। ਪੰਜਾਬ 'ਚ ਇਸ ਸਮੇਂ ਜਿਹੜੀ ਜ਼ੀਰੋ ਹੈ, ਉਹ ਜਿਹੜੀ ਸਥਿਤੀ ਉਹ ਜ਼ੀਰੋ ਤੇ ਹੈ ਜੀ। ਤੁਸੀਂ ਕਿਸੇ ਇੱਕ ਆਮ ਨਾਗਰਿਕ ਨੂੰ ਜਾ ਕੇ ਪੁੱਛ ਲਓ, ਚਾਹੇ ਮੁਲਾਜ਼ਮ ਨੂੰ ਪੁੱਛ ਲਓ, ਸਾਰੇ ਸਰਕਾਰ ਤੋਂ ਤੰਗ ਹੋ ਚੁੱਕੇ ਹਨ ਤੇ ਸਰਕਾਰ ਕਿਸੇ ਦੀ ਵੀ ਸੁਣ ਨਹੀਂ ਰਹੀ ਹੈ। ਇਹਨਾਂ ਦਾ ਧਿਆਨ ਹੋਰ ਸਟੇਟਾਂ ਵੱਲ ਹੈ ਕਿ ਅਸੀਂ ਹੌਲੀ ਹੌਲੀ ਪੂਰਾ ਇੰਡੀਆ ਜਿਹੜਾ ਹੈ ਉਹ ਜਿੱਤ ਲਈਏ, ਜਦਕਿ ਹੁਣ ਪੰਜਾਬ ਜਮਾ ਤੋਂ ਇਹਨਾਂ ਦਾ ਬਿਲਕੁਲ ਵੀ ਧਿਆਨ ਨਹੀਂ ਹੈ। ਉਹੀ ਕਹਾਵਤ ਹੋ ਗਈ ਨਾ, ਅੱਗਾ ਦੌੜ ਪਿੱਛਾ ਚੌੜ, ਕਿ ਅੱਗੇ ਨੂੰ ਦੌੜ ਰਹੇ, ਪਿੱਛੇ ਦੇਖ ਨਹੀਂ ਰਹੇ ਕੀ ਬਣ ਰਿਹਾ ਹੈਗਾ। ਨਾ ਸਾਨੂੰ ਡੀਏ ਦੇ ਰਹੇ ਆ, ਪੇ ਕਮਿਸ਼ਨ ਟੁੱਟਾ ਜਾਂ ਪਿਛਲੀ ਸਰਕਾਰ ਤੋਂ ਸਾਨੂੰ ਅਸੀਂ 5 ਸਾਲ ਲੜਾਈਆਂ ਕਰਕੇ ਲੈ ਲਿਆ। ਉਸ ਤੋਂ ਬਾਅਦ ਜਿਹੜੀਆਂ ਉਹਦੀ ਕਮੀਆਂ ਹੈਗੀਆਂ ਸਰਕਾਰ ਕਹਿੰਦੀ ਸੀ ਅਸੀਂ ਦੂਰ ਕਰਾਂਗੇ, ਇਹਨਾਂ ਨੇ ਕੁਝ ਨਹੀਂ ਕੀਤਾ। ਅਸੀਂ ਬਹੁਤ ਵਾਰ ਮਿਲ ਚੁੱਕੇ ਹਾਂ, ਹੁਣ ਥੱਕ ਹਾਰ ਕੇ 6 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ। ਅਸੀਂ ਹੁਣ ਥੱਕ ਕੇ ਆਪਣੇ ਰੋਜ਼ ਵਿੱਚ ਜਿਹੜੀ ਸਟ੍ਰਾਈਕ ਸ਼ੁਰੂ ਕਰੀਏ ਜੀ। 10 ਤੋਂ 15 ਤੱਕ ਇਹ ਸਟ੍ਰਾਈਕ ਰਹੂਗੀ। ਜੇ ਸਰਕਾਰ ਨਹੀਂ ਮੰਨਦੀ ਹੈਗੀ, ਸਾਡੀ ਜਿਹੜੀ ਹੈਗੇ ਮਸਲੇ ਹੱਲ ਨਹੀਂ ਕਰਦੀ, ਸਾਡੀ ਡਿਮਾਂਡਾਂ ਨਹੀਂ ਪੂਰੀ ਕਰਦੀਆਂ, ਤਾਂ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ, ਹੋਰ ਮਜ਼ਬੂਤ ਕਰਾਂਗੇ ਤੇ ਜਿਹੜੇ ਹੈਗਾ ਇਸ ਦੀ ਆਵਾਜ਼ ਪੂਰੇ ਇੰਡੀਆ 'ਚ ਜਾਊਗੀ ਜੀ। ਬਿਲਕੁਲ, ਸਰਕਾਰ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਸਰਕਾਰ ਨਾਲ ਸਾਡੀ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹ ਇਹ ਕਹਿੰਦੇ ਆ ਕਿ ਹਜੇ ਸਮਾਂ ਜਿਹੜਾ 6 ਮਹੀਨੇ ਦਾ ਹੋਇਆ, ਉਸ 'ਚ 9000 ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ, ਬਿਜਲੀ ਦਾ ਬਿੱਲ ਦੇ ਵਾਅਦੇ ਪੂਰੇ ਕੀਤੇ, ਉਹਨਾਂ ਦੀ ਐਡਵਰਟਾਈਜ਼ਮੈਂਟ ਵੀ ਤੁਸੀਂ ਦੇਖ ਰਹੇ ਹੋ। ਉਹ ਕਹਿੰਦੇ ਹਜੇ ਸਮਾਂ ਬਹੁਤ ਥੋੜਾ ਹੋਇਆ, ਸਰਕਾਰ ਹਜੇ ਸਾਡੀ ਆਈ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਅਸੀਂ ਜਲਦਬਾਜ਼ੀ ਨਹੀਂ ਕਰ ਰਹੇ ਆਪਣੀ ਮੰਗ? ਸਰ ਜਲਦਬਾਜ਼ੀ ਕੀ ਹੈ, ਦੇਖੋ ਹੁਣ ਸਰਕਾਰ ਨੂੰ 6 ਮਹੀਨੇ ਹੋਏ, ਸਰਕਾਰ ਨੂੰ ਕੰਮ ਕਰਨ ਦੀ ਬਜਾਏ ਉਹ ਦੂਜੀ ਸਟੇਟਾਂ ਜਾ ਕੇ ਇਸ਼ਤਿਹਾਰਬਾਜ਼ੀਆਂ ਕਰ ਰਹੀ ਹੈ, ਹੋਰ ਪਾਸੇ ਜਾ ਰਹੇ ਸੀਐਮ ਸਾਹਿਬ। ਸਾਰਾ ਤੁਸੀਂ ਤੁਹਾਡਾ ਇਹ ਇਸ਼ਾਰਾ ਹੈ ਕਿ ਮਤਲਬ ਉਹਨਾਂ ਨੂੰ ਇਲੈਕਸ਼ਨ ਫਾਈਟ ਨਹੀਂ ਕਰਨਾ ਚਾਹੀਦਾ ਸੀਗਾ, ਗੁਜਰਾਤ 'ਚ, ਹਿਮਾਚਲ 'ਚ ਇਲੈਕਸ਼ਨ? ਦੇਖੋ ਜਿਹੜਾ ਸੀਐਮ ਸਾਹਿਬ ਉਹ ਪੰਜਾਬ ਦੇ ਜਿੱਤੇ ਹੈ ਨਾ ਜੀ, ਉਹਨਾਂ ਨੂੰ ਪੰਜਾਬ ਲਈ ਕੰਮ ਕਰਨਾ ਚਾਹੀਦਾ, ਪੰਜਾਬ ਵੱਲ ਧਿਆਨ ਦੇਣਾ ਚਾਹੀਦਾ, ਪੰਜਾਬ ਮਾਡਲ ਨੂੰ ਸੈਟਅਪ ਕਰਨਾ ਚਾਹੀਦਾ, ਪੰਜਾਬ ਨੂੰ ਉੱਪਰ ਲਿਆਉਣਾ ਚਾਹੀਦਾ। ਹੋਰ ਪਾਸੇ ਜਾ ਰਹੇ ਜਦੋਂ ਇੱਥੇ ਦਾ ਇਹਨਾਂ ਦਾ ਨੈਗੇਟਿਵ ਜਾਊਗਾ ਤਾਂ ਹੋਰ ਕੀ ਵੋਟ ਪਾਣਗੇ ਉਹਨਾਂ ਨੂੰ। ਇਸ ਹਿਸਾਬ ਨਾਲ ਹੀ ਜਿੱਤਦੀ ਹੈ ਸਰਕਾਰ। ਜਿਸ ਤਰ੍ਹਾਂ ਇਹ ਪਾਰਟੀ ਕਹਿ ਰਹੀ ਸੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ, ਤੁਹਾਨੂੰ ਕੀ ਲੱਗਦਾ ਕਿ ਆਮ ਆਦਮੀ ਪਾਰਟੀ ਬਣ ਕੇ ਰਹੀ ਹੈ? ਸਰ ਇਹ ਆਮ ਆਦਮੀ ਪਾਰਟੀ ਕਿਵੇਂ ਹੋ ਸਕਦੀ? ਹੁਣ ਦੇਖੋ ਲੋਕ ਡੀਲਿੰਗ ਲਈ ਆਉਂਦੇ, ਪਬਲਿਕ ਡੀਲਿੰਗ ਸਰਕਾਰ ਲਈ ਇੱਥੇ ਪਬਲਿਕ ਆਉਂਦੀ ਹੈ ਸਾਡੇ ਦਫ਼ਤਰਾਂ 'ਚ। ਅਸੀਂ ਕੀ ਕਰੀਏ? ਅਸੀਂ ਮਜਬੂਰਨ ਸਾਨੂੰ ਉਹਨਾਂ ਨੂੰ ਮਨਾ ਕਰਨਾ ਪੈਂਦਾ ਕਿ ਸਰ ਅਸੀਂ ਤੁਹਾਡਾ ਕੰਮ ਨਹੀਂ ਕਰ ਸਕਦੇ ਹਾਂ ਕਿਉਂਕਿ ਸਾਡੀ ਸਰਕਾਰ ਮੰਗਾਂ ਨਹੀਂ ਮੰਨ ਰਹੀ ਹੈ। ਤਾਂ ਉਹਨਾਂ ਦਾ ਕੰਮ ਠੱਪ ਹੋ ਰਿਹਾ। ਉਹ ਆਮ ਲੋਕ ਨੇ, ਆਮ ਸਰਕਾਰ ਹੈ, ਆਮ ਲੋਕ ਨੇ, ਉਹਨਾਂ ਦੀ ਸੁਣਵਾਈ ਉਹ ਨਹੀਂ ਹੈਗੀ। ਸੁਣਵਾਈ ਉਦੋਂ ਹੋਗੀ ਜੋ ਸਾਡੀ ਤਾਂ ਸੁਣ ਨਹੀਂ ਰਹੇ, ਆਮ ਦੀ ਉਹਨਾਂ ਦੀ ਵੀ ਕੀ ਸੁਣਨੀ ਹੈ। ਜੇ ਉਹ ਇੱਥੋਂ ਨੂੰ ਆਉਣ ਦੀ ਲੋੜ ਹੀ ਨਹੀਂ ਪਊਗੀ, ਜੇ ਉਹਨਾਂ ਦੀ ਜਿਹੜੀ ਡਿਮਾਂਡਸ ਪੂਰੀਆਂ ਹੋਣਗੀਆਂ, ਜੋ ਉਹਨਾਂ ਨੂੰ ਫੈਸਿਲਿਟੀਜ਼ ਆਪਾਂ ਇਸ਼ਤਿਹਾਰਾਂ ਵਿੱਚ ਕਹਿ ਰਹੇ ਹਾਂ ਕਿ ਅਸੀਂ ਤੁਹਾਨੂੰ ਬਜ਼ੁਰਗਾਂ ਨੂੰ ਪੈਨਸ਼ਨ ਆ ਰਹੇ, ਲੇਡੀਜ਼ ਨੂੰ ਇਹ ਦੇ ਰਹੇ ਹਾਂ, ਉਹਨੂੰ ਇਹ ਦੇ ਰਹੇ, ਉਹਨਾਂ ਨੂੰ ਮਿਲ ਹੀ ਨਹੀਂ ਰਿਹਾ, ਤਾਂ ਹੀ ਤਾਂ ਇੱਥੇ ਆ ਰਹੇ ਆ। ਉੱਥੇ ਮੁਲਾਜ਼ਮ ਵੀ ਹੁਣ ਨਾ ਕਰਨਗੇ ਉਹਨਾਂ ਨੂੰ ਕਿਉਂਕਿ ਮੁਲਾਜ਼ਮਾਂ ਨੂੰ ਵੀ ਕੁਝ ਨਹੀਂ ਮਿਲ ਰਿਹਾ। ਸਰਕਾਰ ਨੂੰ ਜਿਹੜਾ ਪੰਜਾਬ ਨੂੰ ਸਾਂਭਣਾ ਚਾਹੀਦਾ, ਆਪਦੇ ਮੁਲਾਜ਼ਮਾਂ ਵੱਲ ਦੇਖਣਾ ਚਾਹੀਦਾ ਹੈਗਾ। ਸਾਡੀ ਬਹੁਤ ਸਾਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਕਰਪਸ਼ਨ ਨੂੰ ਅਸੀਂ ਪੰਜਾਬ 'ਚ ਕਾਫੀ ਠੱਲ ਪਾਈ ਹੈ। ਕਈ ਲੋਕਾਂ ਨੂੰ ਜਿਹੜੇ ਕਰਪਸ਼ਨ ਮੰਗਦੇ ਸੀਗੇ ਜਾਂ ਕਰਪਸ਼ਨ 'ਚ ਲਿਪਤ ਸੀਗੇ ਉਹਨਾਂ ਨੂੰ ਆਪਾਂ ਜੇਲ੍ਹਾਂ 'ਚ ਭੇਜਿਆ। ਪਹਿਲੀ ਸਰਕਾਰ ਸਾਡੀ ਜਿਹੜਾ ਆਪਾਂ ਇਹ ਕੰਮ ਕਰਕੇ ਦਿਖਾਇਆ। ਲੱਗਦਾ ਹੈ ਤੁਹਾਨੂੰ ਕਰਪਸ਼ਨ ਤੇ ਕੰਟਰੋਲ ਹੋਇਆ, ਸਰਕਾਰ ਕੰਟਰੋਲ ਕਰਨ 'ਚ ਕਾਮਯਾਬ ਹੋਈ? ਸਰ ਇਸ ਬਾਰੇ ਤਾਂ ਦੇਖੋ ਜੀ ਪਬਲਿਕ ਨੂੰ, ਆਮ ਸਭ ਨੂੰ ਹੀ ਪਤਾ ਹੈਗਾ, ਆਪਾਂ ਨੂੰ ਹਰ ਕਿਸੇ ਨੂੰ ਪਤਾ ਹੈ ਕਿ ਕੀ ਚੀਜ਼ ਹੈ। ਉਹਨਾਂ ਨੇ ਇੱਕ ਨੰਬਰ ਜਾਰੀ ਕਰ ਦਿੱਤਾ ਕਿ ਹਾਂਜੀ ਇਹ ਲੋ ਜੀ ਤੁਸੀਂ ਇੱਥੇ ਕਾਲ ਕਰ ਲਓ, ਦੈਨ ਕਰਪਸ਼ਨ ਫ੍ਰੀ ਹੋ ਜਾਊਗੀ। ਇੱਕ ਨੰਬਰ ਨਾਲ ਕਰਪਸ਼ਨ ਫ੍ਰੀ ਨਹੀਂ ਹੋ ਸਕਦੀ ਜੀ, ਹੈ ਨਾ। ਤੇ ਇਹਦੇ ਲਈ ਤਾਂ ਪਹਿਲੀ ਗੱਲ ਤਾਂ ਤੁਸੀਂ ਸਾਡੀ ਮੰਗਾਂ ਹੀ, ਤੁਸੀਂ ਮੁਲਾਜ਼ਮ ਹੀ ਨਹੀਂ ਦੇਖ ਰਹੇ ਹੋ। ਫਸਟ ਮੁਲਾਜ਼ਮਾਂ ਨੂੰ ਤਾਂ ਸੁਣੋ, ਕਰਪਸ਼ਨ ਤਾਂ ਹੁਣ ਬਾਅਦ ਹੋਰ ਗੱਲਾਂ ਹੈ ਨਾ ਜੀ।